अस्सलाम वालेकुम ਵੀਵਰ, मैं मोहम्मद इमरान ਤੇ ਤੁਸੀਂ ਦੇਖਦੇ ਪਏ ਹੋ ਸਾਡੀ ਚੰਗੀ ਗੱਲ ਟੀਵੀ। ਤੇ ਅੱਜ ਦਾ ਸਾਡਾ ਟੂਰ ਹੈ ਮੰਡੀ ਜਜ਼ਮਾਨ ਦਾ। ਇੱਕ ਦੋਸਤ ਆ, ਉਹਦੀ ਸ਼ਾਦੀ ਤੇ ਜਾ ਰਹੇ ਆ। ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਇੱਕ ਵਾਰੀ ਸਾਡੇ ਚੈਨਲ ਨੂੰ ਚੰਗੀ ਗੱਲ ਟੀਵੀ ਨੂੰ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਲਾਜ਼ਮੀ ਕਰ। ਜੀ ਵੀਵਰ, ਅਸੀਂ ਆਪਣੇ ਸਫ਼ਰ ਦਾ ਆਗਾਜ਼ ਕਰ ਦਿੱਤਾ ਹੈ ਤੇ ਅਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹਾਂ। ਜਿੱਥੇ ਅਸੀਂ ਜਾਣਾ ਹੈ ਮੇਨ ਰੋਡ ਤੇ ਅਸੀਂ ਆ ਗਏ ਹਾਂ। ਤੇ ਲੇਕਿਨ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਚੱਲੀਏ ਕਿ ਜਦੋਂ ਤੁਸੀਂ ਸਫ਼ਰ ਕਰਨਾ ਹੈ, ਸਫ਼ਰ ਕਰਨ ਤੋਂ ਪਹਿਲੇ ਆਪਣੇ ਮਾਂ-ਬਾਪ ਦੀਆਂ ਦੁਆਵਾਂ ਲੈ ਕੇ ਚੱਲਿਆ ਕਰੋ ਤੇ ਨਾਲੇ ਸਫ਼ਰ ਸ਼ੁਰੂ ਕਰਨ ਤੋਂ ਪਹਿਲੇ ਸਫ਼ਰ ਦੀ ਦੁਆ ਲਾਜ਼ਮੀ ਪੜ੍ਹ ਲਿਆ ਕਰੋ ਤਾਂ ਕਿ ਤੁਹਾਡਾ ਸਫ਼ਰ ਮਹਿਫੂਜ਼ ਤੇ ਆਸਾਨ ਰਵੇ। ਤੇ ਸੁਣਿਓ, ਦੂਸਰੀ ਗੱਲ ਇਹ ਵੇ ਕਿ ਤੁਸੀਂ ਪੈਦਲ ਹੋ, ਸਾਈਕਲ ਤੇ ਹੋਵੋ ਜਾਂ ਕਾਰ ਤੇ ਭਾਵੇਂ ਮੋਟਰਸਾਈਕਲ ਤੇ ਹੋਵੋ, ਕਿਸੇ ਵੀ ਚੀਜ਼ ਤੇ ਤੁਸੀਂ ਸਫ਼ਰ ਕਰੋ, ਆਪਣੀਆਂ ਅੱਖਾਂ ਨੂੰ ਖੋਲ੍ਹ ਕੇ ਬਵੋ ਤੇ ਕਿਸੇ ਵੀ ਲਾਪਰਵਾਹੀ ਦਾ ਮੁਜ਼ਾਹਰਾ ਬਿਲਕੁਲ ਨਹੀਂ ਕਰਨਾ। ਆਪਣਾ ਖੱਬੇ ਸੱਜੇ ਅੱਗੇ ਪਿੱਛੇ ਹਰ ਤਰ੍ਹਾਂ ਵੇਖ ਕੇ ਚੱਲਣਾ ਹੈ ਤਾਂ ਕਿ ਕੋਈ ਵੀ ਮਿਸ ਐਬ ਨਾ ਹੋ ਸਕੇ, ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਤੁਹਾਡੇ ਵਾਸਤੇ ਖੜੀ ਨਾ ਹੋਵੇ। ਤੇ ਉਸ ਤੋਂ ਬਾਅਦ ਆਪਣੀ ਸਪੀਡ ਬਿਲਕੁਲ ਆਪਣੇ ਕੰਟਰੋਲ 'ਚ ਰੱਖਣੀ ਹੈ। ਓਨੀ ਸਪੀਡ ਨਾਲ ਗੱਡੀ ਚਲਾਓ ਜਿੰਨੀ ਤੁਸੀਂ ਕੰਟਰੋਲ ਕਰ ਲਵੋ ਤਾਂ ਕਿ ਕੋਈ ਐਸਾ ਤੁਹਾਨੂੰ ਹਾਦਸਾ ਪੇਸ਼ ਆਵੇ ਤੇ ਤੁਸੀਂ ਉਹਨੂੰ ਕਵਰ ਕਰ ਲਵੋ। ਉਸ ਤੋਂ ਜ਼ਿਆਦਾ ਓਵਰ ਨਾ ਕਰੋ। ਅਕਸਰ ਦੇਖਿਆ ਕਿ ਯਾਰ ਦੋਸਤ ਜਦੋਂ ਲੜਕੇ ਇਕੱਠੇ ਹੁੰਦੇ ਆ ਤੇ ਆਪਣੀ ਮੌਜ ਮਸਤੀ 'ਚ ਆਪਣਾ ਸਭ ਕੁਛ ਹੀ ਭੁੱਲ ਜਾਂਦੇ ਨੇ। ਨਾ ਉਹ ਆਪਣੀ ਸਪੀਡ ਵੇਖਦੇ ਨੇ, ਨਾ ਆਪਣੀ ਗੱਡੀ ਦਾ ਟੈਂਪਰੇਚਰ ਦੇਖਦੇ ਆ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਸਾਡੇ ਅੱਗੇ ਕੌਣ ਆ ਰਿਹਾ ਤੇ ਪਿੱਛੇ ਕੌਣ ਆ ਰਿਹਾ। ਆਪਣੀ ਮਸਤੀ 'ਚ ਜਾ ਰਹੇ ਹੁੰਦੇ ਆ, ਆਪਣੀ ਟੇਪ ਬਹੁਤ ਜ਼ਿਆਦਾ ਚਲਾ ਕੇ ਤੇ ਹੈਵੀ ਤਰੀਕੇ ਨਾਲ ਡਰਾਈਵਿੰਗ ਕਰ ਰਹੇ ਹੁੰਦੇ ਆ। ਉਹ ਗਲਤ ਹੈ ਦੋਸਤੋ। ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਿਆ ਕਰੋ ਤਾਂ ਕਿ ਜ਼ਿੰਦਗੀ ਜਿਹੜੀ ਹੈ ਨਾ ਤੁਹਾਡੀ ਬਚ ਸਕੇ। ਔਰ ਜ਼ਿੰਦਗੀ ਬੜੀ ਅਨਮੋਲ ਚੀਜ਼ ਆ, ਇਹ ਦੁਬਾਰਾ ਨਹੀਂ ਜੇ ਲੱਭਦੀ। ਤੇ ਕਦੀ ਵੀ ਨਾ ਪਹੁੰਚਣ ਨਾਲੋਂ 5-10 ਮਿੰਟ ਦੀ ਦੇਰ ਕੋਈ ਦੇਰ ਨਹੀਂ ਜੇ। 10 ਮਿੰਟ ਲੇਟ ਹੋ ਜਾਓਗੇ, 1 ਘੰਟਾ ਲੇਟ ਹੋ ਜਾਓਗੇ, ਬਹੁਤੀ ਤੋਂ ਬਹੁਤੀ ਗੱਲ ਆ। ਲੇਕਿਨ ਤੁਸੀਂ ਕਦੀ ਵੀ ਨਾ ਪਹੁੰਚੋ, ਉਸ ਵਾਸਤੇ ਬਿਹਤਰ ਹੈ ਕਿ ਦੇਰ ਨਾਲ ਪਹੁੰਚਣਾ ਤੁਹਾਡਾ ਠੀਕ ਹੈ। ਲਓ ਜੀ ਦੋਸਤੋ, ਆ ਗਿਆ ਜੇ ਟੂਲ ਪਲਾਜ਼ਾ ਤੇ ਆਪਾਂ ਨੂੰ ਦੇਣੇ ਪੈਣਗੇ ਇੱਥੇ ਪੈਸੇ ਤੇ ਫਿਰ ਆਪਾਂ ਕਰਾਂਗੇ ਟੂਲ ਪਲਾਜ਼ਾ ਕ੍ਰਾਸ।
आओ जी प्यारे दोस्तों, ਆਪਾਂ ਮੰਡੀ ਜਜ਼ਮਾਨ ਪਹੁੰਚ ਚੁੱਕੇ ਹਾਂ। ਸ਼ਾਦੀ ਵਾਲਿਆਂ ਦੇ ਘਰ 'ਚ ਪਹੁੰਚ ਗਏ ਹਾਂ ਤੇ ਇੱਥੇ ਹੁਣ ਲੰਗਰ ਦਾ ਇੰਤਜ਼ਾਮ ਹੋ ਗਿਆ ਵਾ। ਆਪਾਂ ਹੁਣ ਲੰਗਰ ਖਾਵਾਂਗੇ, ਉਸ ਤੋਂ ਬਾਅਦ ਫਿਰ ਜਾਵਾਂਗੇ ਕਿਤੇ ਬਾਹਰ ਸੈਰ ਸਪਾਟੇ ਤੇ ਵੇਖਾਂਗੇ ਆਪਾਂ ਜੇ ਕੋਈ ਵੇਲਣਾ ਚੱਲਦਾ ਹੋਇਆ ਤੇ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਹੈ ਤੇ ਉੱਥੇ ਇਨਸ਼ਾਅੱਲਾ ਤੁਹਾਨੂੰ ਉੱਥੇ ਦਿਖਾਵਾਂਗੇ ਕਿ ਗੁੜ ਕਿਵੇਂ ਬਣਦਾ ਹੈ ਤੇ ਵੇਲਣਾ ਕਿਵੇਂ ਚੱਲਦਾ ਹੈ। ਹੁਣ ਆਪਾਂ ਖਾ ਲਈਏ ਲੰਗਰ। ਲਓ ਜੀ ਪਿਆਰੇ ਦੋਸਤੋ, ਇਹ ਹੈਗਾ ਜੇ ਵੇਲਣਾ। ਇਹਦੇ 'ਚ ਜਾਂਦੇ ਨੇ ਗੰਨੇ ਤੇ ਰਸ ਬਾਹਰ ਆਉਂਦਾ ਹੈ। ਲੈ ਵੀ ਦੋਸਤੋ, ਵੇਲਣੇ ਦੇ ਵਿੱਚੋਂ ਰਸ ਨਿਕਲ ਕੇ ਤੇ ਰੋਹ ਆ ਗਈ ਆ ਕੜਾਏ ਦੇ ਵਿੱਚ ਤੇ ਕੜਾਏ ਥੱਲੇ ਉਹਨਾਂ ਨੇ ਬਾਲ ਦਿੱਤੀ ਆ ਅੱਗ। ਹੁਣ ਇਹ ਗਰਮ ਹੁੰਦਾ ਰਹੇਗਾ ਤੇ ਇਹਦੀ ਮੈਲ ਲੈਂਦੀ ਜਾਊਗੀ। ਉਸ ਤੋਂ ਬਾਅਦ ਜਿਹੜੀ ਕੋਈ ਥੋੜ੍ਹੀ ਬਹੁਤੀ ਰਹਿ ਜਾਂਦੀ ਹੈ, ਇਹ ਹੈਗਾ ਜੇ ਕੈਮੀਕਲ, ਕੋਈ ਮਿੱਠਾ ਸੋਡਾ ਹੈ ਜਾਂ ਕੋਈ ਚੀਜ਼ ਆ ਜਿਹੜੀ ਇਹਦੇ ਵਿੱਚ ਪਾਉਂਦੇ ਨੇ ਤੇ ਉਹ ਗਰਮ ਹੋ ਕੇ ਜਦੋਂ ਪੰਗਰਦੀ ਹੈ ਤੇ ਉਹ ਇਹਦੀ ਮੈਲ ਇੱਕ ਸਾਈਡ ਤੇ ਉੱਤੇ ਲੈ ਆਉਂਦਾ ਤੇ ਇਸ ਨੂੰ ਰੰਗ ਦੇ ਦਿੰਦੀ ਹੈ ਪੀਲਾ ਜਿਹਾ। ਠੀਕ ਹੈ, ਉਸ ਤੋਂ ਬਾਅਦ ਇਹ ਪਾ ਲੈਂਦੇ ਨੇ ਇੱਕ ਟਰੇ 'ਚ ਤੇ ਇਹ ਸਾਡਾ ਇੱਕ ਭਰਾ ਵਾ ਜਿਹੜਾ ਉਹ ਗੁੜ ਵਾਲੀ ਰੋਹ ਸੀਗੀ ਉਹ ਇਹ ਸ਼ਕਲ ਇਸਤੇਮਾਲ ਕਰ ਲਈ ਉਹਨੇ, ਪੀਲੀ ਪੀਲੀ ਇਹਨੂੰ ਹਿਲਾ ਕੇ ਤੇ ਇਹ ਗੁੜ ਤਿਆਰ ਹੋ ਗਿਆ ਵਾ ਜੀ। ਤੇ ਹੁਣ ਆਪਾਂ ਖਾਂਦੇ ਹਾਂ ਗਰਮਾ ਗਰਮ ਗੁੜ ਤੇ ਨਾਲੇ ਲੈਨੇ ਮਜ਼ੇ। ਖੁਸ਼ਬੂ ਬਹੁਤ ਅੱਛੀ ਆ ਰਹੀ ਆ, ਕਾਸ਼ ਤੁਸੀਂ ਵੀ ਯਾਰ ਇੱਥੇ ਹੁੰਦੇ। ਇਸ ਗਰਮਾ ਗਰਮ ਗੁੜ ਨੂੰ ਹਿਲਾ ਕੇ ਠੰਡਾ ਕਰਨਗੇ। ਜਦੋਂ ਠੰਡਾ ਹੋ ਜਾਏਗਾ ਇਹ ਜੰਮਣ ਦੇ ਕਾਬਲ ਹੋਊਗਾ। ਜਦੋਂ ਜੰਮ ਜਾਏਗਾ ਇਹਦੇ 'ਚ, ਉਸ ਤੋਂ ਬਾਅਦ ਫਿਰ ਇਹਦੀਆਂ ਪੇਸੀਆਂ ਬਣਾਉਣਗੇ। ਤੇ ਇਹ ਸਾਡੇ ਦੋਸਤ ਨੇ ਜਿਹੜੇ ਪੇਸੀਆਂ ਬਣਾਉਣ ਵਾਸਤੇ ਤਿਆਰ ਨੇ, ਆਪਦੀਆਂ ਛੁਰੀਆਂ ਕੁਹਾੜੇ ਲੈ ਕੇ ਤੇ ਇਹਦੇ ਦੁਆਲੇ ਹੋ ਗਏ ਨੇ ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਦੇਖੋ ਦੋਸਤੋ, ਇੰਜ ਬਣਦੀਆਂ ਜੇ ਗੁੜ ਦੀਆਂ ਪੇਸੀਆਂ ਤੇ ਇੰਜ ਮਜ਼ੇਦਾਰ ਗੁੜ ਬਣਦਾ ਜੇ। ਬਹੁਤ ਹੀ ਮਿੱਠਾ ਤੇ ਲਜ਼ੀਜ਼ ਹੈ, ਲੇਕਿਨ ਗਰਮ ਗਰਮ ਖਾਣ ਦੀ ਚੀਂਡ ਵਾਲਾ ਗੁੜ ਚੱਸ ਹੋਰ ਜੇ। ਤੇ ਅੱਜ ਦਾ ਸਾਡਾ ਸਫ਼ਰ ਹੋ ਗਿਆ ਖ਼ਤਮ। ਅਸੀਂ ਜਿਹੜਾ ਵਾਅਦਾ ਕੀਤਾ ਸੀ ਉਹ ਤੋਂ ਪੂਰਾ ਕਰ ਦਿੱਤਾ ਹੈ ਤੇ ਸਾਨੂੰ ਅੱਜ ਦੀ ਦਿਓ ਇਜਾਜ਼ਤ। ਅੱਲਾ ਹਾਫਿਜ਼। ਸਾਡੀ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਤਾਂ ਕਿ ਤੁਹਾਡੇ ਤੱਕ ਪਹੁੰਚ ਜਾਵੇ। ਅੱਲਾ ਹਾਫਿਜ਼।